ਹੈਲੋ ਸਟੂਡੈਂਟਸ, ਇਸ ਵੀਡੀਓ ਦੇ ਵਿੱਚ ਅਸੀਂ ਕਵਰ ਕਰਨ ਜਾ ਰਹੇ ਹਾਂ ਸੀ ਪ੍ਰੋਗਰਾਮਿੰਗ ਪ੍ਰੈਕਟੀਕਲ ਪੁਆਇੰਟ ਆਫ ਵਿਊ ਤੋਂ ਕਿ ਸੀ ਦੇ ਪ੍ਰੋਗਰਾਮ ਕਿਸ ਤਰ੍ਹਾਂ ਬਣਾਏ ਜਾਂਦੇ ਨੇ। ਤੇ ਪਾਰਟ 1 ਦੇ ਵਿੱਚ ਅਸੀਂ ਕਰਾਂਗੇ ਬੇਸਿਕ ਪ੍ਰੋਗਰਾਮਿੰਗ। ਤਾਂ ਸਭ ਤੋਂ ਪਹਿਲਾਂ ਤੁਸੀਂ ਯਾਦ ਰੱਖਣਾ ਕਿ ਮੇਨ ਤੋਂ ਪਹਿਲਾਂ ਤੁਸੀਂ ਲਗਾਓਗੇ ਹੈਡਰ ਫਾਈਲਸ। ਇਸ ਤਰ੍ਹਾਂ ਕਰਕੇ 2-3 ਜਿੰਨੀਆਂ ਵੀ ਤੁਹਾਡੀਆਂ ਹੈਡਰ ਫਾਈਲਸ ਤੁਹਾਨੂੰ ਲੱਗਦਾ ਲੋੜ ਹੈ ਉਨੀਆਂ ਹੈਡਰ ਫਾਈਲਸ ਅਟੈਚ ਕਰੋਗੇ, ਮੇਨ ਤੋਂ ਪਹਿਲਾਂ ਇੰਕਲੂਡ ਕਰੋਗੇ। ਨੈਕਸਟ ਜਿੰਨੇ ਵੀ ਪ੍ਰੋਗਰਾਮ ਬਣਾ ਰਹੀ ਹਾਂ ਮੈਂ ਉਸ ਤੋਂ ਅੱਗੇ ਬੇਟਾ ਮੈਂ ਹੈਡਰ ਫਾਈਲਸ ਲਗਾਉਂਗੀ ਨਹੀਂ, ਮਤਲਬ ਪ੍ਰੋਗਰਾਮ ਦੇ ਵਿੱਚ ਇੱਥੇ, ਬਟ ਤੁਸੀਂ ਇਹ ਹੈਡਰ ਫਾਈਲਸ ਪ੍ਰੋਗਰਾਮ ਬਣਾਉਣ ਲੱਗੇ ਐਡ ਕਰੋਗੇ। ਤਾਂ ਹੈਡਰ ਫਾਈਲਸ ਕੀ ਨੇ? ਹੈਡਰ ਫਾਈਲਸ ਦਾ ਇੱਥੇ ਕੰਮ ਹੁੰਦਾ ਜਿੰਨੇ ਵੀ ਤੁਹਾਡੇ ਪਹਿਲਾਂ ਤੋਂ ਬਣੇ ਫੰਕਸ਼ਨਸ ਨੇ, ਲਾਇਬ੍ਰੇਰੀ ਫੰਕਸ਼ਨਸ ਨੇ, ਜੇਕਰ ਤੁਸੀਂ ਉਹਨਾਂ ਨੂੰ ਯੂਜ਼ ਕਰ ਰਹੇ ਹੋ ਤਾਂ ਤੁਹਾਨੂੰ ਉਹਦੀ ਜਿਹੜੀ ਹੈਡਰ ਫਾਈਲ ਲਗਾਉਣੀ ਪੈਂਦੀ ਹੈ। ਜਿੱਦਾਂ ਆਪਾਂ ਪ੍ਰੋਗਰਾਮ 'ਚ ਯੂਜ਼ ਕਰ ਰਹੇ ਹਾਂ printf, ਇਸੇ ਤਰ੍ਹਾਂ scanf, ਉਹਨਾਂ ਲਈ ਹੈਡਰ ਫਾਈਲ ਹੁੰਦੀ ਹੈ stdio.h, ਜਿਹਦੀ ਕਿ ਫੁੱਲ ਫਾਰਮ ਹੈ ਸਟੈਂਡਰਡ ਇਨਪੁਟ ਆਊਟਪੁੱਟ। ਕਲੀਅਰ ਹੈ? .h ਮਤਲਬ ਹੈਡਰ ਫਾਈਲ। ਫਿਰ ਇਸੇ ਤਰ੍ਹਾਂ ਸੈਕਿੰਡ ਹੈਡਰ ਫਾਈਲ ਹੈ ਕੋਨੀਓ ਯੂਜ਼ ਕਰਦੇ ਹਾਂ, ਜਿਵੇਂ ਅਸੀਂ ਕਲੀਅਰ ਸਕਰੀਨ ਹੈ, getch, ਇੱਦਾਂ ਦੇ ਫੰਕਸ਼ਨ ਯੂਜ਼ ਕਰ ਰਹੇ ਹਾਂ ਤਾਂ ਉਹਨਾਂ ਦੀ ਹੈਡਰ ਫਾਈਲ ਹੈ conio.h। ਜੇਕਰ ਤੁਸੀਂ ਉਹ ਫੰਕਸ਼ਨ ਯੂਜ਼ ਕਰ ਰਹੇ ਹੋ ਤਾਂ ਤੁਹਾਨੂੰ conio.h ਹੈਡਰ ਫਾਈਲ ਇਨਕਲੂਡ ਕਰਨੀ ਪਏਗੀ। ਅਤੇ ਕੋਨੀਓ ਦੀ ਫੁੱਲ ਫਾਰਮ ਹੈ ਕੰਸੋਲ ਇਨਪੁਟ ਆਊਟਪੁੱਟ। ਤਾਂ ਹੁਣ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਸਾਡੀ ਪ੍ਰੋਗਰਾਮ ਨੰਬਰ 1। ਫਸਟ ਪ੍ਰੋਗਰਾਮ ਜਿਸ ਦੇ ਵਿੱਚ ਕਿ ਅਸੀਂ ਤੁਹਾਡਾ ਨਾਮ ਪ੍ਰਿੰਟ ਕਰਕੇ ਦਿਖਾ ਰਹੇ ਹਾਂ। ਕੋਈ ਨਾਮ ਪ੍ਰਿੰਟ ਕਰਨ ਲਈ, ਕੋਈ ਮੈਸੇਜ ਪ੍ਰਿੰਟ ਕਰਨ ਦੇ ਲਈ ਸਿੰਪਲ ਮੈਥਡ ਹੈ। ਤੁਸੀਂ ਲਿਖੋ printf, ਗੋਲ ਬ੍ਰੈਕਟ ਸ਼ੁਰੂ ਕਰਕੇ ਡਬਲ ਕੋਮੇ ਦੇ ਵਿੱਚ ਤੁਸੀਂ ਜੋ ਵੀ ਲਿਖ ਰਹੇ ਹੋ ਐਜ਼ ਇਟ ਇਜ਼ ਲਿਖਿਆ ਤੁਹਾਡੀ ਸਕਰੀਨ 'ਤੇ ਆ ਜਾਊਗਾ। ਅਤੇ ਪ੍ਰਿੰਟ ਅਤੇ ਐਫ ਦੇ ਵਿੱਚ ਸਪੇਸ ਨਹੀਂ ਪੈਂਦੀ, printf ਸਮੋਲ ਲੈਟਰਸ ਦੇ ਵਿੱਚ ਲਿਖਿਆ ਜਾਂਦਾ ਅਤੇ ਪਿੱਛੇ ਤੁਸੀਂ ਲਗਾਉਣਾ ਹੁੰਦਾ ਸੈਮੀਕੋਲਨ। ਤਾਂ ਈਜ਼ੀ ਹੈ ਪ੍ਰੋਗਰਾਮ, ਡਬਲ ਕੋਮਿਆਂ ਵਿੱਚ ਜੋ ਵੀ ਮੈਸੇਜ ਲਿਖੋਗੇ ਐਜ਼ ਇਟ ਇਜ਼ ਹੀ ਤੁਹਾਡੀ ਆਊਟਪੁੱਟ ਆ ਜਾਂਦੀ ਹੈ। ਜਿੱਦਾਂ ਅਸੀਂ printf ਕਰਵਾਇਆ ਅਮਨਦੀਪ ਕੌਰ ਤਾਂ ਤੁਹਾਡੀ ਆਊਟਪੁੱਟ ਵੀ ਕੀ ਆ ਗਈ? ਅਮਨਦੀਪ ਕੌਰ। ਇਸ ਤਰ੍ਹਾਂ ਤੁਸੀਂ printf 1 ਲਾਈਨ 2-3 ਜਿੰਨਾ ਵੀ ਤੁਸੀਂ ਸਟੇਟਮੈਂਟਸ ਚਾਹੋ ਪ੍ਰਿੰਟ ਕਰਵਾ ਸਕਦੇ ਹੋ। ਨੈਕਸਟ ਪ੍ਰੋਗਰਾਮ ਹੈ ਸਾਡਾ ਕਿ ਜੇਕਰ ਤੁਸੀਂ ਨਾਮ ਹੀ ਪ੍ਰਿੰਟ ਕਰਨਾ ਚਾਹੁੰਦੇ ਹੋ ਪਹਿਲਾਂ ਵਾਲੇ ਮੈਥਡ ਦੇ ਨਾਲ, ਬਟ ਅਸੀਂ 2 ਸਟੇਟਮੈਂਟ ਦਿਖਾ ਰਹੇ ਹਾਂ ਕਿ 2 ਮੈਸੇਜ ਸ਼ੋ ਕਰਵਾ ਰਹੇ ਹਾਂ। ਫਸਟ ਅਸੀਂ ਕਰਵਾਇਆ ਮਾਈ ਨੇਮ ਇਜ਼, ਸੈਕਿੰਡ ਦੇ ਵਿੱਚ ਕਰਵਾਇਆ ਅਮਨਦੀਪ ਕੌਰ। ਹਾਲਾਂਕਿ ਅਸੀਂ ਇੱਥੇ ਦੋਨੋਂ ਅਲੱਗ-ਅਲੱਗ ਲਾਈਨਸ ਦੇ ਵਿੱਚ ਕਰਵਾਇਆ, ਬਟ ਸਾਡੀ ਜਿਹੜੀ ਆਊਟਪੁੱਟ ਉਹ ਇੱਕ ਹੀ ਲਾਈਨ ਦੇ ਵਿੱਚ ਆ ਜੂਗੀ। ਕਲੀਅਰ? ਤੁਸੀਂ ਨੇ ਲਾਈਨ ਚੇਂਜ ਨਹੀਂ ਕੀਤੀ, ਹਾਲਾਂਕਿ ਅਸੀਂ printf 2 ਵਾਰ ਲਿਖਿਆ। ਦੈਟ ਮੀਨਸ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਲਾਈਨ ਬਦਲਣੀ ਚਾਹੀਦੀ ਸੀ, ਤੁਸੀਂ ਉੱਥੇ ਆਹ ਵਾਲਾ ਮੈਥਡ ਯੂਜ਼ ਕਰੋਗੇ। ਪ੍ਰੋਗਰਾਮ ਨੰਬਰ 3 ਪ੍ਰੋਗਰਾਮ ਦੇ ਵਿੱਚ ਇੱਕ ਚੀਜ਼ ਨੋਟ ਕਰੋ ਕਿ ਅਸੀਂ ਦੋਨੋਂ ਮੈਸੇਜ ਦਿਖਾਉਣ ਲੱਗੇ /n ਨੂੰ ਯੂਜ਼ ਕੀਤਾ। ਇੱਥੇ /n ਮਤਲਬ ਨਿਊ ਲਾਈਨ। ਜਿੱਥੇ ਅਸੀਂ ਫਸਟ ਲਾਈਨ ਲਿਖਿਆ printf ਮਾਈ ਨੇਮ ਇਜ਼ /n, ਯਾਨੀ ਕਿ ਉਹ ਮਾਈ ਨੇਮ ਇਜ਼ ਲਿਖਣ ਤੋਂ ਬਾਅਦ ਲਾਈਨ ਚੇਂਜ ਕਰੇਗਾ, ਫਿਰ ਲਿਖੇਗਾ ਅਮਨਦੀਪ ਕੌਰ। ਤਾਂ ਇਸੇ ਤਰ੍ਹਾਂ ਤੁਸੀਂ ਜਿਹੜਾ /n ਨੂੰ ਆਪਣੀ ਲੋੜ ਮੁਤਾਬਕ ਕਿਤੇ ਵੀ ਯੂਜ਼ ਕਰ ਸਕਦੇ ਹੋ। ਜੇਕਰ ਅਸੀਂ ਇੱਥੇ ਅਮਨਦੀਪ ਅਤੇ ਕੌਰ ਇਹਨਾਂ ਦੋਨਾਂ ਦੇ ਵਿਚਕਾਰ ਲਿਖ ਦਿੰਦੇ /n ਤਾਂ ਉਸਨੇ ਕਰਨਾ ਸੀ ਮਾਈ ਨੇਮ ਇਜ਼ ਇੱਕ ਲਾਈਨ ਦੇ ਵਿੱਚ, ਅਮਨਦੀਪ ਫਿਰ ਨੈਕਸਟ ਲਾਈਨ 'ਚ, ਫਿਰ ਕੌਰ ਨੈਕਸਟ ਲਾਈਨ ਦੇ ਵਿੱਚ। ਤਾਂ ਇੱਥੇ ਤੁਸੀਂ ਯਾਦ ਰੱਖਣਾ ਕਿ ਜੇਕਰ ਮੈਸੇਜ ਪ੍ਰਿੰਟ ਕਰਵਾਉਣ ਲੱਗੇ ਤੁਹਾਨੂੰ ਲਾਈਨ ਚੇਂਜ ਕਰਨ ਦੀ ਜ਼ਰੂਰਤ ਹੈ ਤਾਂ ਤੁਸੀਂ ਕਿਤੇ ਵੀ ਡਬਲ ਕੋਟੇਸ਼ਨਸ ਦੇ ਵਿੱਚ /n ਨੂੰ ਯੂਜ਼ ਕਰ ਸਕਦੇ ਹੋ। ਪ੍ਰੋਗਰਾਮ ਨੰਬਰ 4 ਟੂ ਪ੍ਰਿੰਟ ਇੰਟੀਜ਼ਰ ਵੇਰੀਏਬਲ ਵੈਲਿਊ, ਮਤਲਬ ਉਹ ਵੈਲਿਊ ਪ੍ਰਿੰਟ ਕਰੋ ਜਿਹੜੀ ਬਿਨਾਂ ਪੁਆਇੰਟਾਂ ਵਾਲੀ ਹੈ। ਕੋਈ ਨੰਬਰ ਪ੍ਰਿੰਟ ਕਰਕੇ ਦਿਖਾਓ। ਇੱਥੇ ਇੰਟੀਜ਼ਰ ਵਰਡ ਤੋਂ ਸਾਡਾ ਮੀਨਿੰਗ ਹੈ ਨੰਬਰ, ਅਤੇ ਬਿਨਾਂ ਪੁਆਇੰਟਾਂ ਵਾਲਾ ਨੰਬਰ 5.5 5 ਮਤਲਬ 10 ਇੱਦਾਂ ਦੀ ਵੈਲਿਊ ਨਹੀਂ, ਜਿਹਦੇ ਵਿੱਚ ਪੁਆਇੰਟ ਆਊਗਾ ਹੀ ਨਹੀਂ, ਉਹਨਾਂ ਨੂੰ ਅਸੀਂ ਬੋਲਦੇ ਹਾਂ ਇੰਟੀਜ਼ਰ। ਜੇਕਰ ਤੁਸੀਂ ਇੱਦਾਂ ਦੇ ਨੰਬਰ ਲੈਣਾ ਚਾਹੁੰਦੇ ਹੋ ਸੀ ਪ੍ਰੋਗਰਾਮਿੰਗ ਦੇ ਵਿੱਚ, ਤੁਸੀਂ ਪਹਿਲਾਂ ਇੱਕ ਨੰਬਰ ਲੈਣਾ ਪੈਂਦਾ। ਅਤੇ ਉਹ ਮੈਥਡ ਨੰਬਰ ਨੂੰ ਲੈਣ ਦਾ ਮਤਲਬ ਡਿਕਲੇਅਰ ਕਰਨ ਦਾ ਤਰੀਕਾ ਕੀ ਹੈ? ਤੁਸੀਂ ਲਿਖੋਗੇ ਅੱਗੇ ਇੰਟ a ਇਕੁਅਲਸ ਟੂ ਉਹਦੀ ਕੋਈ ਵੀ ਵੈਲਿਊ ਦੇ ਦਿਓ। ਇਹ ਜਿਹੜਾ ਇੱਕ ਨਾਮ ਰੱਖਿਆ ਗਿਆ ਹੈਗਾ ਨੰਬਰ ਦਾ, ਤੁਸੀਂ ਕੋਈ ਵੀ ਨਾਮ ਰੱਖ ਸਕਦੇ ਹੋ। ਤਾਂ ਜਦੋਂ ਅਸੀਂ ਇਹ ਫਸਟ ਲਾਈਨ ਲਿਖੀ ਇੰਟ a ਇਕੁਅਲਸ ਟੂ 5, ਉਹ ਲਿਖਦੇ ਹੀ ਕੀ ਹੋਇਆ, ਮੈਮਰੀ ਦੇ ਵਿੱਚ a ਨਾਮ 'ਤੇ ਉਹਨੇ ਇੱਕ ਵੈਲਿਊ ਸਟੋਰ ਕਰਵਾਤੀ 5। ਕਲੀਅਰ ਹੈ? ਮੈਮਰੀ ਦੇ ਵਿੱਚ ਉਹਨੇ ਸੇਵ ਕਰਕੇ ਰੱਖ ਲਿਆ 5। ਫਿਰ ਅਸੀਂ ਉਹਨੂੰ printf ਕਰਨ ਨੂੰ ਕਹਿ ਰਹੇ ਹਾਂਗੇ a ਨੂੰ, ਤਾਂ ਉਹੀ ਵੈਲਿਊ ਉਹਨੇ ਸਾਨੂੰ ਪ੍ਰਿੰਟ ਕਰਕੇ ਦਿਖਾਤੀ 5। ਤਾਂ ਇੱਥੇ ਇੱਕ ਚੀਜ਼ ਨੋਟ ਕਰਨ ਵਾਲੀ ਹੈ ਕਿ ਤੁਸੀਂ ਨੰਬਰ ਲੈਣ ਦੇ ਲਈ, ਜੇਕਰ ਪ੍ਰੋਗਰਾਮ ਦੇ ਵਿੱਚ ਤੁਸੀਂ ਨੰਬਰ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਲਿਖਣਾ ਪੈਂਦਾ ਇੰਟ ਉਹਦਾ ਨਾਮ ਇਕੁਅਲ ਟੂ ਪਾ ਕੇ ਉਹਦੀ ਵੈਲਿਊ। ਤਾਂ ਨੈਕਸਟ ਇੱਥੇ ਇੱਕ ਚੀਜ਼ ਹੋਰ ਹੈ ਬੇਟਾ ਕਿ ਆਹ ਸਟੇਟਮੈਂਟ ਤੁਸੀਂ ਇੱਕ ਲਾਈਨ 'ਚ ਲਿਖਣ ਦੀ ਜਗ੍ਹਾ, ਇਸ ਦੀ ਜਗ੍ਹਾ ਤੁਸੀਂ 2 ਲਾਈਨਸ 'ਚ ਵੀ ਲਿਖ ਸਕਦੇ ਸੀ। ਤੁਸੀਂ ਲਿਖਦੇ ਇੰਟ a ਸੈਮੀਕੋਲਨ
then a equals to 5 ਸੈਮੀਕੋਲਨ। ਇਹ ਦੋ ਲਾਈਨਸ ਦੇ ਵਿੱਚ ਵੀ ਲਿਖਿਆ ਜਾ ਸਕਦਾ ਜਾਂ ਤੁਸੀਂ ਇੱਕ ਲਾਈਨ ਦੇ ਵਿੱਚ ਵੀ ਲਿਖ ਸਕਦੇ ਹੋ। ਕਲੀਅਰ ਹੈ? ਤਾਂ ਇੱਥੇ ਹੁਣ ਆਪਾਂ ਗੱਲ ਕਰੀਏ ਕਿ ਜਦੋਂ ਆਪਾਂ ਪ੍ਰਿੰਟ ਕਰਵਾਉਣਾ ਕੋਈ ਨੰਬਰ, ਉੱਥੇ ਸਿੰਪਲ ਡਬਲ ਕੋਟੇਸ਼ਨਸ ਦੇ ਵਿੱਚ ਆਪਾਂ ਇਹ ਨਹੀਂ ਲਿਖਿਆ, ਜਿਵੇਂ ਪਹਿਲਾਂ ਆਪਾਂ ਕੀ ਕੀਤਾ ਸੀ, ਸਿੰਪਲ ਡਬਲ ਕੋਟੇਸ਼ਨ ਪਾ ਕੇ ਜਿਹੜੀ ਵੀ ਚੀਜ਼ ਲਿਖਦੇ ਸੀ ਉਹ ਲਿਖੀ ਆ ਜਾਂਦੀ ਸੀ। ਬਟ ਜੇ ਮੈਂ ਸਿੰਪਲ ਏ ਕੋਮੇ ਦੇ ਵਿੱਚ ਇੱਥੇ ਏ ਲਿਖਦੀ ਤਾਂ ਇਹਦੀ ਆਊਟਪੁੱਟ ਵੀ ਕੀ ਆਉਣੀ ਸੀ, ਏ, ਕਿਉਂਕਿ ਉਹਨੇ ਕੀ ਕਰਨਾ ਸੀ, ਜਿਹੜੀ ਚੀਜ਼ ਡਬਲ ਕੋਮੇ ਦੇ ਵਿੱਚ ਲਿਖੀ ਹੈ ਉਵੇਂ ਹੀ ਲਿਖ ਦੇਣੀ ਸੀ। ਬਟ ਅਸੀਂ ਇੱਥੇ ਏ ਨਾਮ ਪ੍ਰਿੰਟ ਕਰਵਾ ਕੇ ਇਹਦੀ ਵੈਲਿਊ ਪ੍ਰਿੰਟ ਕਰਵਾਉਣਾ ਚਾਹੁੰਦੇ ਹਾਂ ਕਿ ਜਿਹੜੀ ਇਹਦੀ ਵੈਲਿਊ ਹੈ, ਅਤੇ ਇਹਦੀ ਵੈਲਿਊ ਕਿਹੜੀ ਹੈ 5। ਇਹਦੀ ਵੈਲਿਊ ਪ੍ਰਿੰਟ ਕਰਵਾਉਣ ਲਈ ਤੁਸੀਂ ਲਿਖੋਗੇ ਪ੍ਰਿੰਟਫ ਡਬਲ ਕੋਮਿਆਂ ਦੇ ਵਿੱਚ ਪਰਸੈਂਟੇਜ ਡੀ। ਕਿਸੇ ਨੰਬਰ ਦੀ ਵੈਲਿਊ ਮਤਲਬ ਇੰਟੀਜ਼ਰ ਦੀ ਵੈਲਿਊ ਪ੍ਰਿੰਟ ਕਰਵਾਉਣ ਲੱਗੇ ਤੁਹਾਨੂੰ ਡਬਲ ਕੋਮਿਆਂ ਵਿੱਚ ਲਿਖਣਾ ਪੈਂਦਾ ਪਰਸੈਂਟੇਜ ਡੀ, ਕੋਮਾ ਉਹਦੇ ਨਾਮ ਜਿਹਦੀ ਵੈਲਿਊ ਪ੍ਰਿੰਟ ਕਰਵਾਉਣੀ ਹੈ। ਤਾਂ ਅਸੀਂ ਏ ਦੀ ਵੈਲਿਊ ਪ੍ਰਿੰਟ ਕਰਵਾਉਣੀ ਹੈ ਤਾਂ ਤੁਸੀਂ ਲਿਖੋਗੇ ਏ। ਨੈਕਸਟ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਇੰਟੀਜ਼ਰ ਵੈਲਿਊ ਹੀ ਪ੍ਰਿੰਟ ਕਰਵਾ ਰਹੇ ਹਾਂ, ਬਟ ਥੋੜਾ ਨਾਲ ਮੈਸੇਜ, ਜੇਕਰ ਤੁਸੀਂ ਇੱਥੇ ਹੁਣ ਆਪਾਂ ਨੂੰ ਸ਼ੋ ਨਹੀਂ ਹੋ ਰਿਹਾ ਕਿ 5 ਕੀ ਹੈ, ਜੇਕਰ ਤੁਸੀਂ ਇਸ ਤਰ੍ਹਾਂ ਮੈਸੇਜ ਦਿਖਾਉਣਾ ਚਾਹੁੰਦੇ ਹੋ ਕੋਈ ਕਿ ਵੈਲਿਊ ਆਫ ਏ ਇਜ਼ ਦੈਨ ਲਿਖਿਆ ਹੋਵੇ 5, ਤਾਂ ਉਸ ਕੇਸ ਦੇ ਵਿੱਚ ਤੁਸੀਂ ਇੱਕ ਇੰਟੀਜ਼ਰ ਵੇਰੀਏਬਲ ਲਓ, ਇੰਟ ਏ ਇਕੁਅਲਸ ਟੂ 5। ਆਪਾਂ ਕਿਹਾ ਕਿ ਇੱਕ ਇੰਟੀਜ਼ਰ ਵੈਲਿਊ ਆ, ਮਤਲਬ ਬਿਨਾਂ ਪੁਆਇੰਟ ਵਾਲਾ ਨੰਬਰ ਹੈ ਇੱਕ, ਨਾਮ ਉਹਦਾ ਏ ਹੈ, ਵੈਲਿਊ ਉਹਦੀ 5 ਹੈ। ਤਾਂ ਯਾਨੀ ਕਿ ਉਹਨੇ ਇਹ ਨਾਮ 'ਤੇ ਮੈਮਰੀ ਦੇ ਵਿੱਚ ਵੈਲਿਊ ਦਿੱਤੀ 5। ਉਹਨੇ ਯਾਦ ਰੱਖ ਲਿਆ ਕਿ ਇਹ ਨਾਮ 'ਤੇ ਵੈਲਿਊ 5 ਹੈ। ਫਿਰ ਅਸੀਂ ਕਿਹਾ ਪ੍ਰਿੰਟ ਆਫ ਵੈਲਿਊ ਆਫ ਏ ਇਜ਼। ਹੁਣ ਇੱਥੇ ਅਸੀਂ ਪ੍ਰਿੰਟ ਆਫ ਸਿੰਪਲ ਡਬਲ ਕੋਟੇਸ਼ਨ 'ਚ ਮੈਸੇਜ ਹੀ ਕਰਵਾਇਆ, ਤਾਂ ਮੈਸੇਜ ਦੇ ਕੇਸ 'ਚ ਮੈਂ ਕੀ ਕਿਹਾ ਸੀ ਕਿ ਉਹ ਉੱਦਾਂ ਹੀ ਲਿਖਿਆ ਤੁਹਾਡੀ ਸਕਰੀਨ 'ਤੇ ਆ ਜਾਊਗਾ, ਤਾਂ ਉਹ ਤੁਹਾਡਾ ਇੱਦਾਂ ਹੀ ਲਿਖਿਆ ਸਕਰੀਨ 'ਤੇ ਤੁਹਾਡੀ 'ਤੇ ਸ਼ੋ ਹੋ ਰਿਹਾ ਵੈਲਿਊ ਆਫ ਏ ਇਜ਼। ਕਲੀਅਰ ਹੈ? ਉਸ ਤੋਂ ਬਾਅਦ ਅਸੀਂ ਇਹਦੀ ਵੈਲਿਊ ਪ੍ਰਿੰਟ ਕਰਵਾਉਣਾ ਚਾਹੁੰਦੇ ਹਾਂ, ਤਾਂ ਹੁਣ ਦੂਜਾ ਮੈਥਡ ਲਗਾਓ ਪ੍ਰਿੰਟ ਆਫ ਦਾ। ਪ੍ਰਿੰਟ ਆਫ ਦੇ ਅਸੀਂ ਦੋ ਮੈਥਡ ਕਰ ਲਏ, ਇੱਕ ਇਕੱਲਾ ਵੈਲਿਊ ਪ੍ਰਿੰਟ ਕਰਾਉਣਾ, ਇੱਕ ਇਕੱਲਾ ਮੈਸੇਜ ਪ੍ਰਿੰਟ ਕਰਾਉਣਾ। ਤਾਂ ਹੁਣ ਤੁਸੀਂ ਇੱਥੇ ਕੀ ਕਰ ਸਕਦੇ ਹੋਗੇ, ਹੁਣ ਆਪਾਂ ਮੈਸੇਜ ਦਿਖਾਉਣ ਤੋਂ ਬਾਅਦ ਵੈਲਿਊ ਆਫ ਏ ਇਜ਼ ਇਹਦੀ ਵੈਲਿਊ ਪ੍ਰਿੰਟ ਕਰਵਾਉਣੀ ਹੈ, ਤਾਂ ਉਹੀ ਵਾਲਾ ਮੈਥਡ ਜਿਹੜਾ ਹੁਣ ਅਸੀਂ ਕੀਤਾ ਸੀ ਆ, ਲਿਖੋ ਪ੍ਰਿੰਟ ਆਫ ਡਬਲ ਕੋਮਿਆਂ ਵਿੱਚ ਪਰਸੈਂਟੇਜ ਡੀ ਕੋਮਾ ਏ। ਤਾਂ ਦੋ ਮੈਥਡਸ ਤੁਸੀਂ ਪ੍ਰਿੰਟ ਆਫ ਦੇ ਯਾਦ ਰੱਖਣੇ ਨੇ, ਇਕੱਲਾ ਮੈਸੇਜ ਪ੍ਰਿੰਟ ਕਰਵਾਉਣ ਵਾਲਾ ਮੈਥਡ ਅਤੇ ਨੰਬਰ ਦੀ ਵੈਲਿਊ ਪ੍ਰਿੰਟ ਕਰਵਾਉਣ ਵਾਲਾ ਮੈਥਡ। ਪ੍ਰਿੰਟ ਆਫ ਦੀ ਕੇਸ 'ਚ ਜੇ ਸਿੰਪਲ ਡਬਲ ਕੋਟੇਸ਼ਨ 'ਚ ਕੁਛ ਲਿਖਿਆ ਤਾਂ ਉਹ ਮੈਸੇਜ ਹੀ ਹੋ ਜਾਂਦਾ, ਉੱਦਾਂ ਹੀ ਲਿਖਿਆ ਆ ਜਾਂਦਾ ਤੁਹਾਡਾ। ਜੇਕਰ ਤੁਸੀਂ ਕੋਈ ਨੰਬਰ ਪ੍ਰਿੰਟ ਕਰਵਾਉਣਾ ਚਾਹੁੰਦੇ ਹੋ ਉਸ ਕੇਸ ਦੇ ਵਿੱਚ ਬੇਟਾ ਤੁਸੀਂ ਇੱਥੇ ਪਾਓਗੇ ਡਬਲ ਕੋਮਿਆਂ ਵਿੱਚ ਪਰਸੈਂਟੇਜ ਡੀ, ਕਿਉਂਕਿ ਇੰਟੀਜ਼ਰ ਦੇ ਲਈ ਹਮੇਸ਼ਾ ਹੀ ਪਰਸੈਂਟੇਜ ਡੀ ਪੈਂਦੀ ਹੈ ਅਤੇ ਸਾਡੀ ਇਹ ਇੰਟੀਜ਼ਰ ਹੈ। ਉਸ ਤੋਂ ਬਾਅਦ ਡਬਲ ਕੋਮੇ ਬੰਦ ਕਰਕੇ ਕੋਮਾ ਏ। ਪ੍ਰੋਗਰਾਮ ਨੰਬਰ 6 ਦੇ ਵਿੱਚ ਅਸੀਂ ਪ੍ਰਿੰਟ ਕਰਵਾ ਰਹੇ ਹਾਂ ਫਲੋਟ ਵੇਰੀਏਬਲ ਦੀ ਵੈਲਿਊ। ਫਲੋਟ ਤੋਂ ਮਤਲਬ ਸਾਡਾ ਕੀ ਹੈ, ਪੁਆਇੰਟਾਂ ਵਾਲਾ ਨੰਬਰ, ਜਿਵੇਂ 5.6 100.5 ਇੱਦਾਂ ਦੇ ਕੋਈ ਜਿਹੜੇ ਨੰਬਰ ਜਿਨ੍ਹਾਂ ਦੇ ਵਿੱਚ ਪੁਆਇੰਟ ਆ ਰਿਹਾ, ਡੈਸੀਮਲ ਪੁਆਇੰਟ ਦੇ ਨੰਬਰਸ ਨੂੰ ਕੰਮ ਕਰਨ ਲਈ ਅਸੀਂ ਕੀ ਕਰਾਂਗੇ, ਜਿੱਦਾਂ ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਇੰਟ ਲਿਆ ਸੀ, ਇੱਥੇ ਅਸੀਂ ਲਿਖਾਂਗੇ ਫਲੋਟ। ਕਲੀਅਰ? ਅਸੀਂ ਲਿਖਿਆ ਫਲੋਟ, ਉਹਦਾ ਕੋਈ ਵੀ ਨਾਮ ਅਸੀਂ ਸਪੋਜ਼ ਏ ਰੱਖਿਆ ਇਕੁਅਲਸ ਟੂ 5.6, ਯਾਨੀ ਕਿ ਇਹ ਨਾਮ 'ਤੇ ਉਹਨੇ ਵੈਲਿਊ ਕਿਹੜੀ ਲੈ ਲਈ 5.6। ਉਹਨੇ ਯਾਦ ਰੱਖ ਲਿਆ ਕਿ ਇੱਕ ਨੰਬਰ ਆ ਪੁਆਇੰਟਾਂ ਵਾਲਾ, ਉਹਦੀ ਵੈਲਿਊ ਆ 5.6। ਹੁਣ ਜੇਕਰ ਤੁਸੀਂ ਉਹ ਪੁਆਇੰਟਾਂ ਵਾਲਾ ਨੰਬਰ ਪ੍ਰਿੰਟ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਲਿਖੋਗੇ ਪ੍ਰਿੰਟ ਐਫ ਡਬਲ ਕੋਮਿਆਂ ਵਿੱਚ ਪਰਸੈਂਟੇਜ ਐਫ। ਤਾਂ ਇੱਥੇ ਇੱਕ ਚੀਜ਼ ਧਿਆਨ ਦਿਓ ਕਿ ਹਮੇਸ਼ਾ ਜਦੋਂ ਇੰਟੀਜ਼ਰ ਵੈਲਿਊ ਪ੍ਰਿੰਟ ਕਰਾਉਂਦੇ ਸੀ ਪਰਸੈਂਟੇਜ ਡੀ ਯੂਜ਼ ਕੀਤਾ, ਬਟ ਅਸੀਂ ਇੱਥੇ ਫਲੋਟ ਦੀ ਵੈਲਿਊ ਪ੍ਰਿੰਟ ਕਰਾ ਰਹੇ ਹਾਂ। ਫਲੋਟ ਕੀ ਹੁੰਦੇ ਆ, ਪੁਆਇੰਟਾਂ ਵਾਲੇ ਨੰਬਰ। ਉਹਦੀ ਵੈਲਿਊ ਪ੍ਰਿੰਟ ਕਰਾਉਣ ਲੱਗੇ ਤੁਸੀਂ ਲਿਖਦੇ ਹੋ ਪਰਸੈਂਟੇਜ ਐਫ, ਕੋਮਾ ਪਾ ਕੇ ਉਹਦਾ ਨਾਮ ਜਿਹਦੀ ਵੈਲਿਊ ਪ੍ਰਿੰਟ ਕਰਾਉਣੀ ਹੈ, ਤਾਂ ਅਸੀਂ ਏ ਦੀ ਵੈਲਿਊ ਪ੍ਰਿੰਟ ਕਰਾਉਣੀ ਹੈ, ਅਸੀਂ ਪਾਇਆ ਪਰਸੈਂਟੇਜ ਐਫ ਤੋਂ ਬਾਅਦ ਕੋਮਾ ਏ। ਤਾਂ ਉਹਨੇ ਏ ਦੀ ਵੈਲਿਊ ਪ੍ਰਿੰਟ ਕਰਤੀ, ਕੀ ਕਰਤੀ 5.6। ਹੁਣ ਪ੍ਰੋਗਰਾਮ 7 ਦੇ ਵਿੱਚ ਕੀ ਹੈ ਕਿ ਅਸੀਂ 6 ਪ੍ਰੋਗਰਾਮ ਦੇ ਵਿੱਚ ਸਿਰਫ ਵੈਲਿਊ ਹੀ ਪ੍ਰਿੰਟ ਕਰਾਈ ਹੈ, ਮੈਸੇਜ ਨਹੀਂ ਪ੍ਰਿੰਟ ਕਰਾਇਆ। ਬਟ ਹੁਣ ਜੇਕਰ ਅਸੀਂ ਮੈਸੇਜ ਵੀ ਪ੍ਰਿੰਟ ਕਰਵਾਉਣਾ ਚਾਹੁੰਦੇ ਹਾਂ ਤਾਂ ਫਲੋਟ ਵੇਰੀਏਬਲ ਲੈਣ ਤੋਂ ਬਾਅਦ ਤੁਸੀਂ ਪਹਿਲਾਂ ਮੈਸੇਜ ਦਿਖਾਓ ਆਪਣੇ ਫਸਟ ਮੈਥਡ ਨਾਲ। ਮੈਸੇਜ ਦਿਖਾਉਣ ਤੋਂ ਬਾਅਦ ਇਹਦੀ ਵੈਲਿਊ ਪ੍ਰਿੰਟ ਕਰੋ ਜਿੱਦਾਂ ਇੱਧਰ ਕੀਤੀ ਹੈ, ਅਤੇ ਤੁਹਾਡਾ ਆਨਸਰ ਆਏਗਾ ਵੈਲਿਊ ਆਫ ਏ ਇਜ਼ 5.6। ਇੱਥੇ ਮੈਸੇਜ ਵੀ ਆ ਰਿਹਾ, ਵੈਲਿਊ ਵੀ ਆ ਰਹੀ ਹੈ, ਅਸੀਂ ਦੋਨੋਂ ਮੈਥਡ ਹੀ ਯੂਜ਼ ਕੀਤੇ ਨੇ। ਪ੍ਰੋਗਰਾਮ ਨੰਬਰ 8 ਟੂ ਇਨਪੁਟ ਐਂਡ ਪ੍ਰਿੰਟ ਇੰਟੀਜ਼ਰ ਵੇਰੀਏਬਲ ਵੈਲਿਊ। ਇੱਥੇ ਇੱਕ ਚੀਜ਼ ਬੇਟਾ ਨੋਟ ਡਾਊਨ ਕਰਿਓ, ਜਿੰਨਾ ਵੀ ਮੈਂ ਬੋਲ ਰਹੀ ਹਾਂ ਨਾਲ ਨਾਲ ਨੋਟ ਕਰਦੇ ਰਹੋ। ਫਸਟ ਟਾਈਮ ਤੁਹਾਨੂੰ ਇਹ ਰੂਲ ਯਾਦ ਕਰਨੇ ਪੈਣਗੇ। ਤਾਂ 8th ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਅਸੀਂ ਬੈਕ ਦੇ ਪ੍ਰੋਗਰਾਮ ਦੇ ਵਿੱਚ ਦੇਖੀਏ
ਤਾਂ ਇੱਥੇ ਹਮੇਸ਼ਾ ਹੀ a ਨੂੰ ਅਸੀਂ ਵੈਲਿਊ ਖੁਦ ਦੇ ਰਹੇ ਹਾਂ। ਅਸੀਂ ਪਹਿਲਾਂ ਹੀ ਦੱਸ ਦਿੰਦੇ ਹਾਂ ਕਿ a ਨਾਮ ਤੇ ਇੱਕ ਵੈਲਿਊ ਹੈ, ਕਿਹੜੀ ਵੈਲਿਊ ਆ 5.6 ਜਾਂ 5 ਜੋ ਵੀ ਵੈਲਿਊ ਅਸੀਂ ਖੁਦ ਦਿੰਦੇ ਹਾਂ ਵੈਲਿਊ। ਬਟ ਜੇਕਰ ਅਸੀਂ ਖੁਦ ਨਾ ਦੇ ਕੇ ਵੈਲਿਊ ਇੱਥੇ ਮੰਗਦੇ, ਮਤਲਬ ਜਦੋਂ ਅਸੀਂ ਆਊਟਪੁੱਟ ਦੇਖਦੇ ਪਹਿਲਾਂ ਤੁਹਾਡੇ ਤੋਂ ਵੈਲਿਊ ਮੰਗਦਾ, ਤੁਸੀਂ ਇੱਥੇ ਜਿਹੜੀ ਵੈਲਿਊ ਭਰਦੇ ਉਹ ਉਸੇ ਵੈਲਿਊ ਨੂੰ a ਦੇ ਵਿੱਚ ਸਟੋਰ ਕਰਵਾਉਂਦਾ ਅਤੇ ਤੁਹਾਨੂੰ ਪ੍ਰਿੰਟ ਕਰਕੇ ਦਿਖਾ ਦਿੰਦਾ 7.5। ਕਲੀਅਰ ਹੈ? ਮੀਨਸ ਕਿ ਤੁਸੀਂ ਖੁਦ ਵੈਲਿਊ ਨਹੀਂ ਦੇਣੀ ਗੀ, ਤੁਸੀਂ ਵੈਲਿਊ ਮੰਗਣੀ ਹੈ ਰਨ ਟਾਈਮ 'ਤੇ। ਉਸ ਕੇਸ ਦੇ ਵਿੱਚ ਤੁਸੀਂ ਯੂਜ਼ ਕਰ ਦਿਓਗੇ ਪ੍ਰੋਗਰਾਮ ਨੰਬਰ 8 ਦਾ ਮੈਥਡ, ਜਿਸ ਦੇ ਵਿੱਚ ਤੁਸੀਂ ਕੀ ਕਰੋਗੇ, ਇੰਟ a ਹੀ ਲਿਖਣਾ ਇਕੱਲਾ ਆਪਾਂ ਇੰਟ a ਤੋਂ ਬਾਅਦ ਕੁਛ ਨਹੀਂ ਲਿਖ ਰਹੇ। ਮਤਲਬ ਆਪਾਂ ਕਿਹਾ ਕਿ ਇੱਕ a ਨਾਮ ਤੇ ਉਹਨੇ ਜਗ੍ਹਾ ਰੋਕ ਲਈ, ਠੀਕ ਹੈ, ਬਟ ਉਹਦੀ ਵੈਲਿਊ ਨਹੀਂ ਆਪਾਂ ਦਿੱਤੀ, ਤੇ a ਦੇ ਵਿੱਚ ਸਟੋਰ ਕੀ ਹੋਊ, ਜੇ ਇਹ ਇੰਟ ਹੈ ਇਹਦਾ ਮਤਲਬ a ਦੇ ਵਿੱਚ ਬਿਨਾਂ ਪੁਆਇੰਟ ਵਾਲਾ ਨੰਬਰ ਤੁਸੀਂ ਕੋਈ ਵੀ ਦੇ ਸਕਦੇ ਹੋ। ਹੁਣ ਆਪਾਂ ਵੈਲਿਊ ਮੰਗਣ ਦੇ ਲਈ ਇਨਪੁਟ ਦਾ ਮੈਥਡ ਯੂਜ਼ ਕਰਾਂਗੇ, ਤਾਂ ਉਹ ਇਨਪੁਟ ਦਾ ਮੈਥਡ ਹੈ scanf। ਤੁਸੀਂ ਲਿਖੋਗੇ scanf ਡਬਲ ਕੋਮਿਆਂ ਵਿੱਚ %d ਜਿੱਦਾਂ ਪਹਿਲਾਂ ਲਿਖਿਆ। ਬਟ ਇੱਥੇ ਇੱਕ ਚੀਜ਼ ਨੋਟ ਕਰੋ ਕਿ ਅਸੀਂ ਐਂਡ ਪਾ ਕੇ ਐਡਰੈਸ ਦਾ ਸਿੰਬਲ ਪਾ ਕੇ ਇਹ ਲਿਖਿਆ ਹੈ printf ਵਾਂਗੂ ਸੇਮ, ਕਿ ਜਦੋਂ ਅਸੀਂ ਪ੍ਰਿੰਟ ਕਰਵਾਉਂਦੇ ਸੀ ਵੈਲਿਊ ਉਦੋਂ ਵੀ ਤਾਂ ਸੇਮ ਇਵੇਂ ਹੀ ਲਿਖ ਰਹੇ ਸੀ। ਅਸੀਂ ਲਿਖ ਰਹੇ ਸੀ printf ਡਬਲ ਕੋਮਿਆਂ ਵਿੱਚ %d, a। ਬਟ ਇੱਥੇ ਇੱਕ ਐਂਡ ਦਾ ਸਿੰਬਲ ਆ ਰਿਹਾ ਜਿਹਨੂੰ ਐਡਰੈਸ ਵੀ ਬੋਲਦੇ ਆ। ਇਹਦਾ ਇੱਥੇ ਮਤਲਬ ਹੁੰਦਾ ਕਿ ਤੁਸੀਂ ਕੀ ਕਹਿੰਦੇ ਹੋ ਕੰਪਿਊਟਰ ਨੂੰ ਕਿ ਬੰਦਾ ਜਿਹੜੀ ਵੀ ਵੈਲਿਊ ਇਨਪੁਟ ਕਰੂਗਾ, scanf ਨੂੰ ਜਿਹੜੀ ਵੀ ਵੈਲਿਊ ਦਊਗਾ ਉਹਨੂੰ a ਦੇ ਐਡਰੈਸ 'ਤੇ ਸਟੋਰ ਕਰਾ ਦੇ। ਕਿਉਂਕਿ ਜਦੋਂ ਅਸੀਂ ਲਿਖਿਆ ਇੰਟ a ਤਾਂ ਉਹਨੇ a ਨਾਮ 'ਤੇ ਕੁਛ ਜਗ੍ਹਾ ਰੋਕ ਲਈ, ਠੀਕ ਹੈ, ਉਹ ਕਿਸੇ ਜਗ੍ਹਾ 'ਤੇ ਤਾਂ ਰੋਕੀ ਹੈ ਨਾ ਉਹਦੀ ਮੈਮਰੀ ਦੇ ਵਿੱਚ। ਫਿਰ scanf ਨੇ ਜਿਹੜੀ ਵੀ ਵੈਲਿਊ ਲਈ ਅਸੀਂ ਉਹਨੂੰ ਕਿਹਾ ਤੂੰ a ਦੇ ਐਡਰੈਸ 'ਤੇ ਹੀ ਪਵਾਇਆ। ਤੁਸੀਂ 5 ਦਿੱਤਾ, 10 ਦਿੱਤਾ, ਜੋ ਵੀ ਵੈਲਿਊ ਦਿੱਤੀ ਉਹ a ਦੇ ਐਡਰੈਸ 'ਤੇ ਸੇਵ ਕਰਕੇ ਰੱਖ ਲਓ। ਕਲੀਅਰ ਹੈ? ਉਹਨੇ ਨੋਟ ਡਾਊਨ ਕਰ ਲਿਆ ਕਿ a ਨਾਮ 'ਤੇ ਵੈਲਿਊ ਕਿਹੜੀ ਹੈ 10। ਤੁਸੀਂ ਪਹਿਲਾਂ ਵੈਲਿਊ ਨਾ ਦੱਸ ਕੇ ਬਾਅਦ ਦੇ ਵਿੱਚ ਦੱਸ ਰਹੇ ਹੋ। ਫਿਰ ਅਸੀਂ ਉਹਨੂੰ ਕਿਹਾ ਕਿ printf ਕਰਵਾ ਦੇ a, ਤਾਂ ਉਹਨੇ ਵੈਲਿਊ ਪ੍ਰਿੰਟ ਕਰਵਾਤੀ a ਦੀ। ਕਲੀਅਰ ਹੈ? ਤਾਂ ਆਊਟਪੁੱਟ ਕੀ ਆਊਗੀ, ਪਹਿਲਾਂ ਤੁਹਾਡੇ ਕੋਲ ਇੱਕ ਖਾਲੀ ਸਕਰੀਨ ਆਏਗੀ ਕਿਉਂਕਿ ਆਪਾਂ ਇਹਨੂੰ ਵੈਲਿਊ ਤਾਂ ਦਿੱਤੀ ਨਹੀਂ, ਜਿਹੜਾ ਉਹ ਸਿੱਧਾ ਪ੍ਰਿੰਟ ਕਰਦੇ। ਤਾਂ ਉਹ ਖਾਲੀ ਸਕਰੀਨ 'ਤੇ ਪਹਿਲਾਂ ਤੁਸੀਂ ਇੱਕ ਵੈਲਿਊ ਦਿਓ, ਤੁਸੀਂ ਜਿਹੜੀ ਵੈਲਿਊ ਦੇਤੀ ਉਹ ਉਸੇ ਨੂੰ a ਮੰਨ ਕੇ ਤੁਹਾਨੂੰ ਉਹੀ ਪ੍ਰਿੰਟ ਕਰਕੇ ਦਿਖਾ ਦੂੰ। ਜਿੱਦਾਂ ਇੱਥੇ ਸਪੋਜ਼ ਕਰੋ ਮੈਂ ਦਿੱਤਾ 100, ਤਾਂ ਉਹਨੇ 100 ਹੀ ਵੈਲਿਊ ਤੁਹਾਨੂੰ ਪ੍ਰਿੰਟ ਕਰਕੇ ਦਿਖਾ ਦੂਗਾ। ਤਾਂ ਇਹਨੂੰ ਅਸੀਂ ਕਹਿੰਦੇ ਆ ਵੈਲਿਊ ਦੀ ਇਨਪੁਟ ਲੈਣਾ ਅਤੇ ਉਹਨੂੰ ਪ੍ਰਿੰਟ ਕਰਕੇ ਦਿਖਾਉਣਾ। ਤਾਂ ਇਹਦੇ ਵਿੱਚ ਨੋਟ ਕਰੋ ਬੇਟਾ ਕਿ scanf ਅਤੇ printf ਦੋ ਫੰਕਸ਼ਨਸ ਦੇ ਵਿੱਚ ਤੁਹਾਡਿਆਂ ਵਿੱਚ ਫ਼ਰਕ ਕੀ ਹੈ। scanf ਦੇ ਵਿੱਚ ਅਸੀਂ scanf ਫੰਕਸ਼ਨ ਦੇ ਵਿੱਚ ਅਸੀਂ a ਦਾ ਐਡਰੈਸ ਯੂਜ਼ ਕਰਦੇ ਹਾਂ, ਅਸੀਂ ਐਂਡ a ਲਿਖਦੇ ਹਾਂ। ਪਰ printf ਦੇ ਕੇਸ ਦੇ ਵਿੱਚ ਅਸੀਂ ਐਂਡ ਨਹੀਂ ਪਾਉਂਦੇ ਗੇ। ਪ੍ਰੋਗਰਾਮ ਨੰਬਰ 9 ਫਲੋਟ ਵੇਰੀਏਬਲ ਦੀ ਜੇਕਰ ਵੈਲਿਊ ਲੈਣੀ ਹੈ ਤਾਂ ਫਲੋਟ ਲਈ ਸੇਮ ਇੰਟੀਜ਼ਰ ਵਾਲਾ ਕੰਮ ਹੀ ਹੈ, ਬਟ ਤੁਸੀਂ ਇੱਕ ਤਾਂ ਲਿਖੋਗੇ ਸਟਾਰਟਿੰਗ ਦੇ ਵਿੱਚ ਫਲੋਟ, ਕਿਉਂਕਿ ਇਹ ਹੁਣ ਇੰਟੀਜ਼ਰ ਨਹੀਂ ਫਲੋਟ ਆ। ਫਲੋਟ ਮਤਲਬ ਉਹ ਪੁਆਇੰਟ ਵਾਲੀ ਵੈਲਿਊ ਲਊਗਾ। ਤੇ ਜਦੋਂ scanf ਕਰਵਾ ਰਹੇ ਹੋ ਜਿੱਥੇ ਇੱਥੇ ਅਸੀਂ %d ਲਿਖਦੇ ਸੀ, ਤੁਸੀਂ ਇਸ ਲਿਖੋਗੇ %f। f ਮਤਲਬ ਉਹ ਫਲੋਟ ਵੈਲਿਊ ਮੰਗੂਗਾ, ਪੁਆਇੰਟਾਂ ਵਾਲੀ ਵੈਲਿਊ ਮੰਗੂਗਾ। ਤੇ ਇਸੇ ਤਰ੍ਹਾਂ ਤੁਸੀਂ ਇਹ ਜਿਹੜੀ ਕਿ ਫਲੋਟ ਆ ਉਹਦੀ ਵੈਲਿਊ ਪ੍ਰਿੰਟ ਕਰਵਾਉਣ ਲੱਗੇ ਵੀ ਲਿਖੋਗੇ %f। ਪ੍ਰੋਗਰਾਮ ਨੰਬਰ 10, ਹੁਣ ਤੁਹਾਨੂੰ ਮੈਸੇਜ ਪ੍ਰਿੰਟ ਕਰਨੇ ਆ ਗਏ, ਕੋਈ ਵੈਲਿਊ ਪ੍ਰਿੰਟ ਕਿਵੇਂ ਕਰਦੇ ਆ। ਦੋ ਮੈਥਡ ਹੋ ਗਏ ਆਪਣੇ। ਉਸ ਤੋਂ ਬਾਅਦ ਆਪਾਂ ਕੀਤਾ ਕਿ ਵੈਲਿਊ ਜੇਕਰ ਤੁਸੀਂ ਡਾਇਰੈਕਟ ਨਾ ਦੇ ਕੇ ਬਾਅਦ ਦੇ ਵਿੱਚ ਵੈਲਿਊ ਮੰਗਣੀ ਹੈ ਤਾਂ scanf ਕਿਵੇਂ ਯੂਜ਼ ਕਰੋਗੇ। ਹੁਣ ਅਸੀਂ ਕਰਨ ਜਾ ਰਹੇ ਹਾਂ ਕਿ ਜੇਕਰ ਤੁਸੀਂ 2 3 ਇੱਦਾਂ ਕੋਈ ਨੰਬਰ ਲੈਣੇ ਆ ਤਾਂ ਉਹਨਾਂ ਦੇ ਉੱਪਰ ਪਲੱਸ ਮਾਈਨਸ ਕੋਈ ਕੰਮ ਕਰਨਾ, ਉਹ ਕਿੱਦਾਂ ਕਰੋਗੇ। ਪ੍ਰੋਗਰਾਮ ਨੰਬਰ 10 ਦੇ ਵਿੱਚ ਅਸੀਂ ਦੋ ਵੇਰੀਏਬਲ ਲਏ, ਇੰਟ a = 5 b = 6, c। ਮਤਲਬ ਇੱਕ ਤਾਂ ਆਪਾਂ ਕੀ ਕਿਹਾ ਕਿ a ਦੀ ਤਾਂ ਵੈਲਿਊ ਹੋ ਗਈ 5, ਉਹਨੇ ਯਾਦ ਕਰ ਲਿਆ ਕਿ a ਦੀ ਵੈਲਿਊ 5 ਹੈ। b ਨੂੰ ਅਸੀਂ ਵੈਲਿਊ ਦੇਤੀ 6, ਉਹਨੇ ਉਹ ਵੀ ਯਾਦ ਕੀਤਾ। ਬਟ c ਨੂੰ ਅਸੀਂ ਵੈਲਿਊ ਨਹੀਂ ਦਿੱਤੀ, c ਅਸੀਂ ਖਾਲੀ ਰੱਖ ਲਈ। ਕਲੀਅਰ ਹੈ? ਫਿਰ ਅਸੀਂ ਉਹਨੂੰ ਕਿਹਾ c = a + b, ਕਿ a ਅਤੇ b ਨੂੰ ਜੋੜ ਕੇ ਕਾਹਦੇ ਵਿੱਚ ਪਵਾ ਦੇ, c ਦੇ ਵਿੱਚ। ਤਾਂ ਉਹਨੇ a ਅਤੇ b ਨੂੰ ਜੋੜਿਆ, ਕਿੰਨਾ ਬਣ ਗਿਆ 11, ਅਤੇ ਉਹੀ 11 ਅਸੀਂ printf ਕਰਕੇ ਦਿਖਾਤਾ। ਕਲੀਅਰ ਹੈ? ਤਾਂ ਇੱਥੇ ਬੇਟਾ ਇੱਕ printf ਦੇ ਵਿੱਚ ਮਿਸਟੇਕ ਕੀਤੀ ਹੋਈ ਹੈ ਮੈਂ। ਕੀ ਮਿਸਟੇਕ ਹੈ? ਵੀਡੀਓ ਪੌਜ਼ ਕਰਕੇ ਫਾਈਂਡ ਆਊਟ ਕਰਕੇ ਦੇਖੋ ਉੱਥੇ ਗਲਤੀ ਕੀ ਹੈ। ਹਾਂਜੀ ਐਗਜ਼ੈਕਟਲੀ, ਤਾਂ ਇੱਥੇ ਇੱਕ ਮਿਸਟੇਕ ਹੈ ਬੇਟਾ ਕਿ ਤੁਸੀਂ ਐਂਡ ਦਾ ਜਿਹੜਾ ਸਿੰਬਲ ਹੈ ਉਹ ਕਦੇ ਵੀ ਇੱਥੇ ਨਹੀਂ ਪਾਉਂਦੇ printf 'ਚ। ਇੱਥੇ ਆਪਾਂ ਇਕੱਲਾ c ਲਿਖਣਾ ਸੀ। ਆਪਾਂ ਲਿਖਣਾ ਸੀ ਡਬਲ ਕੋਮੇ ਵਿੱਚ %d, c।
ਐਂਡ ਦਾ ਸਿੰਬਲ ਹਮੇਸ਼ਾ ਪਾਇਆ ਜਾਂਦਾ ਸਕੈਨਐਫ ਦੇ ਵਿੱਚ। ਕਲੀਅਰ ਹੈ। ਤਾਂ ਦੋ ਨੰਬਰਸ ਨੂੰ ਜੋੜ ਕੇ ਤੁਸੀਂ ਕਿਸੇ ਤੀਜੇ ਨੰਬਰ 'ਚ ਕਿਸ ਤਰ੍ਹਾਂ ਪਵਾ ਸਕਦੇ ਹੋ, ਉਸ ਤੋਂ ਬਾਅਦ ਉਹ ਤੀਜੇ ਨੰਬਰ ਨੂੰ ਪ੍ਰਿੰਟ ਕਿਸ ਤਰ੍ਹਾਂ ਕਰਵਾ ਸਕਦੇ ਹੋ, ਉਹ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਸ਼ੋਅ ਕੀਤਾ ਤੇ ਜਿਸ ਦੀ ਕਿ ਆਊਟਪੁੱਟ ਆਏਗੀ 11। ਨੈਕਸਟ ਹੈ, ਜੇਕਰ ਹੁਣ ਇੱਥੇ ਉਹੀ ਕੰਮ ਪੁਰਾਣਾ ਕਿ ਇੱਥੇ ਇਹ ਨਹੀਂ ਪਤਾ ਲੱਗਦਾ 11 ਕੀ ਹੈ, ਆਨਸਰ ਦੇਖੋ ਤੋਂ ਨਹੀਂ ਨਾ ਪਤਾ ਲੱਗ ਰਿਹਾ ਕਿ 11 ਪਲੱਸ ਕਰਕੇ ਆਇਆ ਮਾਈਨਸ ਕਰਕੇ ਆਇਆ। ਜੇਕਰ ਤੁਸੀਂ ਇਸ ਤਰ੍ਹਾਂ ਮੈਸੇਜ ਦਿਖਾਉਣਾ ਚਾਹੁੰਦੇ ਹੋ ਤਾਂ ਓਬਵੀਅਸ ਥੋੜਾ ਦੇਖਣ 'ਚ ਜ਼ਿਆਦਾ ਵਧੀਆ ਲੱਗਦਾ ਕਿ ਸਮ ਇਜ਼ 11, ਕਲੀਅਰ ਹੋ ਜਾਂਦਾ ਆਨਸਰ ਦੇਖ ਕੇ ਕਿ ਤੁਸੀਂ ਸਮ ਕੀਤਾ ਸੀ ਤੇ ਉਹ 11 ਆ ਗਿਆ। ਤਾਂ ਉਹਦੇ ਲਈ ਤੁਸੀਂ ਕੀ ਕਰੋ, ਮੈਥਡ ਪੁਰਾਣਾ ਹੀ ਹੈ, ਦੋ ਵੇਰੀਏਬਲ ਲਓ, ਉਹਨਾਂ ਨੂੰ ਵੈਲਿਊ ਦੇ ਦਿਓ। ਇੱਕ ਲੈ ਲਿਆ ਸੀ, ਆਪਾਂ ਖਾਲੀ ਰੱਖਿਆ, ਸੀ ਦੇ ਵਿੱਚ ਏ ਅਤੇ ਬੀ ਨੂੰ ਜੋੜ ਕੇ ਪਵਾਇਆ, ਫਿਰ ਆਪਾਂ ਮੈਸੇਜ ਦਿਖਾਇਆ ਸਮ ਇਜ਼, ਸਿੰਪਲ ਮੈਸੇਜ ਦਿਖਾਤਾ, ਡਬਲ ਕੋਮੇ ਵਿੱਚ ਜੋ ਵੀ ਲਿਖਿਆ ਐਵੇਂ ਲਿਖਿਆ ਆ ਗਿਆ ਸਕਰੀਨ 'ਤੇ। ਤੇ ਦੂਜਾ ਸੀ ਕੀ ਪ੍ਰਿੰਟ ਕਰਵਾਇਆ, ਸੀ ਦੀ ਵੈਲਿਊ ਨੂੰ, ਆਨਸਰ ਆ ਗਿਆ ਸਮ ਇਜ਼ 11। ਇਸ ਪ੍ਰੋਗਰਾਮ ਦੇ ਵਿੱਚ ਵੀ ਇੱਕ ਮਿਸਟੇਕ ਹੈ ਪ੍ਰੋਗਰਾਮ ਨੰਬਰ 11 ਦੇ ਵਿੱਚ, ਤਾਂ ਫਾਈਂਡ ਆਊਟ ਕਰਕੇ ਦੇਖੋ ਕਿ ਇਸ ਪ੍ਰੋਗਰਾਮ ਦੇ ਵਿੱਚ ਮੈਂ ਕੀ ਗਲਤੀ ਕੀਤੀ ਹੈ। ਐਗਜ਼ੈਕਟਲੀ ਪ੍ਰਿੰਟਐਫ ਦੇ ਵਿੱਚ ਕਦੇ ਵੀ ਐਂਡ ਦਾ ਸਿੰਬਲ ਆਪਾਂ ਯੂਜ਼ ਨਹੀਂ ਕਰਦੇ, ਇਹ ਆਉਣਾ ਨਹੀਂ ਚਾਹੀਦਾ ਸੀ। ਹੁਣ ਸਾਡਾ ਨੈਕਸਟ ਪ੍ਰੋਗਰਾਮ ਨੰਬਰ 12 ਟੂ ਫਾਈਂਡ ਐਵਰੇਜ। ਤੁਸੀਂ ਕਿਸੇ ਨੰਬਰਸ ਦੀ ਐਵਰੇਜ ਫਾਈਂਡ ਆਊਟ ਕਰਨੀ ਹੈ। ਐਵਰੇਜ ਕੀ ਹੁੰਦਾ ਗਾ, ਜਿੰਨੇ ਵੀ ਨੰਬਰ ਆ ਉਹਨਾਂ ਨੂੰ ਜੋੜ ਲਓ। ਸਪੋਜ਼ ਕਰੋ ਇੱਕ ਨੰਬਰ ਹੈਗਾ 10, ਇੱਕ ਨੰਬਰ ਹੈ ਸਾਡੇ ਕੋਲ 10, ਇੱਕ ਹੈ 20, ਇੱਕ ਅਗੇਨ 10, ਇੱਕ 30, 4 ਨੰਬਰ ਲੈ ਲਏ। ਚਾਰਾਂ ਨੰਬਰਾਂ ਨੂੰ ਜੇਕਰ ਅਸੀਂ ਜੋੜਦੇ ਆਂਗੇ ਤਾਂ ਸਾਡੇ ਕੋਲ ਕਿੰਨਾ ਬਣ ਰਿਹਾ 70, ਟੋਟਲ 70 ਆ ਗਿਆ। ਤਾਂ ਐਵਰੇਜ ਫਾਈਂਡ ਆਊਟ ਕਰਨ ਲਈ ਕੀ ਹੁੰਦਾ ਕਿ ਉਹਨਾਂ ਨੰਬਰਸ ਨੂੰ ਪਹਿਲਾਂ ਤੁਸੀਂ ਜੋੜੋ ਜਿਹੜਾ ਕਿ ਆਪਣਾ 70 ਆ ਗਿਆ, ਉਹਨੂੰ ਡਿਵਾਈਡ ਕਰ ਦਿਓ ਉਹਨੇ ਨਾਲ ਜਿੰਨੇ ਨੰਬਰ ਸੀ। ਸਾਡੇ ਨੰਬਰ ਟੋਟਲ ਕਿੰਨੇ ਸੀ 4, ਤਾਂ 4 ਨਾਲ ਡਿਵਾਈਡ ਕਰੋ। ਡਿਵਾਈਡ ਕਰਨ ਤੋਂ ਬਾਅਦ ਜਿਹੜਾ ਆ ਗਿਆ ਆਨਸਰ ਉਹ ਤੁਹਾਡੀ ਕੀ ਹੈ ਐਵਰੇਜ। ਤਾਂ ਇਸ ਪ੍ਰੋਗਰਾਮ ਦੇ ਵਿੱਚ ਐਵਰੇਜ ਫਾਈਂਡ ਆਊਟ ਕਰਨ ਲਈ ਅਸੀਂ 3 ਨੰਬਰ ਲੈ ਲਏ, ਇੰਟ A B C, ਤਿੰਨਾਂ ਨੂੰ ਕੋਈ ਨਾ ਕੋਈ ਵੈਲਿਊ ਦਿੱਤੀ ਅਤੇ ਇੱਕ ਆਨਸਰ ਪਾਉਣ ਦੇ ਲਈ ਖਾਲੀ ਵੇਰੀਏਬਲ ਰੱਖ ਲਿਆ AVG, ਉਹਨੂੰ ਅਸੀਂ ਵੈਲਿਊ ਨਹੀਂ ਦਿੱਤੀ। ਤੇ ਅਸੀਂ ਕਿਹਾ AVG ਕੀ ਕਰੇ, ਮਤਲਬ ਤਿੰਨਾਂ ਨੂੰ ਜੋੜ ਕੇ ਡਿਵਾਈਡ ਕਰ ਦੇ 3 ਨਾਲ ਅਤੇ ਉਸੇ ਨੂੰ ਪ੍ਰਿੰਟ ਐਫ ਕਰਕੇ ਦਿਖਾ ਦੇ, ਉਹਦੀ ਵੈਲਿਊ ਦਿਖਾ ਦੇ ਐਵਰੇਜ ਦੀ, ਜਿਹੜੀ ਕਿ ਆਊਗੀ ਆਨਸਰ 60। ਹੁਣ ਇੱਥੇ ਜਿਹੜੀ ਚੀਜ਼ ਨੋਟ ਕਰਨ ਵਾਲੀ ਉਹ ਇਹ ਹੈ ਬੇਟਾ ਕਿ ਮੈਂ A ਅਤੇ B ਅਤੇ C ਦਾ ਤਿੰਨਾਂ ਦਾ ਟੋਟਲ ਗੋਲ ਬ੍ਰੈਕਟ ਦੇ ਵਿੱਚ ਪਾਇਆ ਹੋਇਆ ਇੱਥੇ ਇਸ ਲਾਈਨ ਦੇ ਵਿੱਚ ਦੇਖੋ। ਜੇਕਰ ਤੁਸੀਂ ਉਸ ਤੋਂ ਬਾਅਦ ਡਿਵਾਈਡ ਕਰਨ ਨੂੰ ਕਿਹਾ 3 ਨੂੰ, ਕਿਉਂ, ਕਿਉਂਕਿ ਜੇਕਰ ਮੈਂ ਗੋਲ ਬ੍ਰੈਕਟ ਨਹੀਂ ਪਾ ਰਹੀ ਤਾਂ ਪ੍ਰਾਇਓਰਟੀ ਪਹਿਲਾਂ ਕਿਹਦੀ ਹੈ ਡਿਵਾਈਡ, ਹਮੇਸ਼ਾ ਡਿਵਾਈਡ ਪਹਿਲਾਂ ਸੋਲਵ ਹੁੰਦਾ, ਇਸ ਕਰਕੇ ਆਪਣਾ ਆਨਸਰ ਗਲਤ ਆ ਜਾਊਗਾ। ਤਾਂ ਤੁਸੀਂ ਉਹਨੂੰ ਬ੍ਰੈਕਟ 'ਚ ਰੱਖੋ ਜਿਹੜੀ ਚੀਜ਼ ਨੂੰ ਪਹਿਲਾਂ ਸੋਲਵ ਕਰਨਾ, ਕਿਉਂਕਿ ਪਹਿਲਾਂ ਆਪਾਂ ਚਾਹੁੰਦੇ ਹਾਂ ਪਹਿਲਾਂ ਸਭ ਨੂੰ ਜੋੜੇ, ਤਾਂ ਇਸ ਕਰਕੇ ਉਹਨੂੰ ਰੱਖੋ ਤੁਸੀਂ ਗੋਲ ਬ੍ਰੈਕਟ ਦੇ ਵਿੱਚ ਅਤੇ ਡਿਵਾਈਡਡ ਬਾਈ 3 ਮਤਲਬ ਉਹਦੀ ਐਵਰੇਜ ਫਾਈਂਡ ਆਊਟ ਕਰ ਦੂ ਤੇ ਐਵਰੇਜ ਨੂੰ ਤੁਸੀਂ ਪ੍ਰਿੰਟ ਆਫ ਕਰਕੇ ਦਿਖਾਤਾ। ਨੈਕਸਟ ਪ੍ਰੋਗਰਾਮ ਹੈ ਜਿਸ ਦੇ ਵਿੱਚ ਤੁਸੀਂ ਪਰਸੈਂਟੇਜ ਕੈਲਕੂਲੇਟ ਕਰਕੇ ਦਿਖਾ ਰਹੇ ਹੋ। ਤਾਂ ਤੁਸੀਂ ਸਭ ਨੇ ਸਕੂਲ ਦੇ ਵਿੱਚ ਵੀ ਆਪਣੀ ਪਰਸੈਂਟੇਜ ਕੈਲਕੂਲੇਟ ਕਰਦੇ ਰਹੇ ਹੋ ਐਗਜ਼ਾਮਸ ਤੋਂ ਬਾਅਦ। ਪਰਸੈਂਟੇਜ ਦਾ ਫਾਰਮੂਲਾ ਸਾਡਾ ਕੀ ਹੁੰਦਾ ਗਾ, ਜਿੰਨੇ ਤੁਹਾਡੇ ਮੈਕਸਿਮਮ ਮਾਰਕਸ ਤੁਸੀਂ ਓਬਟੇਨ ਕੀਤੇ, ਮਤਲਬ ਜਿੰਨੇ ਤੁਹਾਡੇ ਨੰਬਰ ਆਏ ਆ, ਡਿਵਾਈਡਡ ਬਾਈ ਮੈਕਸਿਮਮ ਮਾਰਕਸ ਜਿੰਨਿਆਂ ਦੇ ਵਿੱਚੋਂ ਤੁਹਾਡੇ ਉਹ ਨੰਬਰ ਆਏ ਨੇ, ਮਲਟੀਪਲਾਈ ਬਾਈ 100। ਇਹ ਸਾਡਾ ਫਾਰਮੂਲਾ ਹੁੰਦਾ। ਸਪੋਜ਼ ਕਰੋ ਇੱਕ ਬੱਚੇ ਦੇ 500 ਦੇ ਵਿੱਚੋਂ 300 ਮਾਰਕਸ ਆਏ ਨੇ, ਤਾਂ ਤੁਸੀਂ ਕੀ ਲਿਖੋਗੇ, ਫਾਰਮੂਲਾ ਕੀ ਲਗਾਓਗੇ 300 ਡਿਵਾਈਡਡ ਬਾਈ ਜਿੰਨੇ ਚੋਂ ਆਏ ਆ 500 ਚੋਂ, ਮਲਟੀਪਲਾਈ ਬਾਈ 100। ਕਲੀਅਰ ਹੈ। ਤਾਂ 100 ਨੂੰ ਜਦੋਂ ਅਸੀਂ ਇੱਥੇ ਕੱਟ ਕਰ ਰਹੇ ਹਾਂ 0 ਤਾਂ ਸਾਡੇ ਕੋਲ ਬਚ ਗਿਆ 300 ਡਿਵਾਈਡਡ ਬਾਈ 5। ਉਸ ਤੋਂ ਬਾਅਦ ਤੁਸੀਂ ਕੈਲਕੂਲੇਸ਼ਨ ਕਰਕੇ ਦੇਖੋ ਜਿਹੜਾ ਮੇਰਾ ਆਨਸਰ ਆ ਰਿਹਾ। ਕਲੀਅਰ ਹੈ। ਤਾਂ ਹੁਣ ਜਿਹੜਾ ਹੈਗਾ ਬੇਟਾ ਫਾਰਮੂਲੇ ਤੋਂ ਉੱਥੇ ਮੇਰਾ ਮੀਨਿੰਗ ਹੈ ਜਿੰਨੇ ਮਾਰਕਸ ਆਏ ਨੇ, ਜਿੰਨੇ ਵਿੱਚੋਂ ਆਏ ਨੇ ਉਹਦੇ ਨਾਲ ਡਿਵਾਈਡ ਕਰਕੇ ਮਲਟੀਪਲਾਈ ਬਾਈ 100। ਇਹ ਹੈ ਤੁਹਾਡੇ ਪਰਸੈਂਟੇਜ ਦਾ ਫਾਰਮੂਲਾ। ਅਤੇ ਇਹੀ ਚੀਜ਼ ਅਸੀਂ ਪ੍ਰੋਗਰਾਮ ਦੀ ਹੈਲਪ ਨਾਲ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਸਪੋਜ਼ ਤੁਸੀਂ ਇੱਕ ਬੱਚੇ ਦੇ 4-5 ਸਬਜੈਕਟਸ ਦੇ ਮਾਰਕਸ ਲੈ ਲਏ, ਇੰਗਲਿਸ਼, ਪੰਜਾਬੀ, ਮੈਥ, ਸਾਇੰਸ, SS। ਮਾਰਕਸ ਲਈ ਇੱਕ ਖਾਲੀ ਵੇਰੀਏਬਲ ਲੈ ਲਿਆ, ਅਗੇਨ ਆਪਾਂ ਸਮ, ਅਤੇ ਇੱਕ ਇੱਥੇ ਵੇਰੀਏਬਲ ਲਿਆ ਮੈਂ ਫਲੋਟ ਦਾ ਪਰਸੈਂਟੇਜ। ਇੱਥੇ ਫਲੋਟ ਦਾ ਮੇਰਾ ਅਲੱਗ ਤੋਂ ਵੇਰੀਏਬਲ ਲੈ ਕੇ ਦਿਖਾਉਣ ਦਾ ਮੀਨਿੰਗ ਇਹ ਹੈ ਕਿ ਹੁਣ ਇਹ ਤਾਂ ਸਾਨੂੰ ਪਤਾ ਕਿ ਇੰਗਲਿਸ਼, ਮੈਥ ਸਾਰੇ ਨੰਬਰ ਬਿਨਾਂ ਪੁਆਇੰਟਾਂ ਵਾਲੇ ਆ, ਉਹ ਤਾਂ ਅਸੀਂ ਲੈ ਲਏ। ਬਟ ਜਦੋਂ ਪਰਸੈਂਟੇਜ ਕੈਲਕੂਲੇਟ ਕਰ ਰਹੇ ਹਾਂ ਤਾਂ ਪਰਸੈਂਟੇਜ ਕੈਲਕੂਲੇਟ ਕਰਦੇ ਸਮੇਂ ਡਿਵਾਈਡ ਕਰਾਂਗੇ, ਹੋ ਸਕਦਾ ਆਨਸਰ ਪੁਆਇੰਟਾਂ 'ਚ ਆ ਜਾਏ। ਤਾਂ ਜੇਕਰ ਤੁਹਾਨੂੰ ਲੱਗਦਾ ਕਿ ਇੱਥੇ ਪੁਆਇੰਟ ਦੀ ਲੋੜ ਆ ਜਾਂ ਬੱਚੇ ਦੇ ਨੰਬਰ ਹੁੰਦੇ 60.5, ਤਾਂ ਤੁਸੀਂ ਇੱਥੇ ਇੰਟੀਜ਼ਰ ਨਾ ਲੈ ਕੇ ਤੁਸੀਂ ਕੀ ਲੈਂਦੇ, ਫਲੋਟ। ਤਾਂ ਹੁਣ ਅਸੀਂ ਇਹਦੇ ਵਿੱਚ ਬੱਚੇ ਦੇ ਮਾਰਕਸ ਲੈ ਲਏ ਅਲੱਗ-ਅਲੱਗ ਸਬਜੈਕਟਸ ਦੇ, ਸਮ ਕਰਨ ਦੇ ਲਈ ਇੱਕ ਸਮ ਵੇਰੀਏਬਲ ਲੈ ਲਿਆ ਅਤੇ ਪਰਸੈਂਟੇਜ ਕੱਢਣ ਦੇ ਲਈ ਪਰਸੈਂਟੇਜ ਵੇਰੀਏਬਲ ਲੈ ਲਿਆ। ਪਹਿਲਾਂ ਤੁਸੀਂ ਸਭ ਦਾ ਸਮ ਕਰ ਲਓ। ਤਾਂ ਸਮ ਕਿਵੇਂ ਕੀਤਾ ਸੀ, ਸਮ ਵੇਰੀਏਬਲ ਦੇ ਵਿੱਚ ਪਵਾਤਾ ਇੰਗਲਿਸ਼ ਪਲੱਸ ਪੰਜਾਬੀ ਪਲੱਸ ਮੈਥ ਪਲੱਸ ਸਾਇੰਸ ਪਲੱਸ SS।
ਸਭ ਦਾ ਟੋਟਲ ਕਰਕੇ ਕਾਹਦੇ ਵਿੱਚ ਸਟੋਰ ਕਰ ਲਿਆ, ਸਮ ਦੇ ਵਿੱਚੋਂ। ਯਾਨੀ ਕਿ ਕੰਪਿਊਟਰ ਨੇ ਵੀ ਕੀਤਾ, ਇੱਕ ਖਾਲੀ ਵੇਰੀਏਬਲ ਜਿਹੜਾ ਸਮ ਨਾਮ ਤੇ ਰੱਖਿਆ ਸੀ, ਸਮ ਨਾਮ ਤੇ ਇੱਕ ਸਾਡਾ ਖਾਲੀ ਵੇਰੀਏਬਲ ਸੀ, ਉਹਦੇ ਵਿੱਚ ਉਹਨੇ ਇੰਗਲਿਸ਼, ਪੰਜਾਬੀ, ਮੈਥ, ਸਾਇੰਸ, ਐਸ ਸਭ ਦਾ ਟੋਟਲ ਕਰਕੇ ਇਹਦੇ ਵਿੱਚ ਸਟੋਰ ਕਰਵਾਤਾ। ਕਲੀਅਰ ਹੈ? ਇੱਥੇ ਉਹਨੇ ਸਟੋਰ ਕਰਵਾ ਲਿਆ। ਉਸ ਤੋਂ ਬਾਅਦ ਅਸੀਂ ਉਹਨੂੰ ਕਿਹਾ ਪਰਸੈਂਟੇਜ ਫਾਈਂਡ ਆਊਟ ਕਰੇ। ਕਿੱਦਾਂ ਕਰੇ? ਜਿੰਨਾ ਸਮ ਆਇਆ ਸੀ, ਜਿਹੜਾ ਹੁਣ ਅਸੀਂ ਕੀਤਾ, ਮਲਟੀਪਲਾਈ ਬਾਈ 100 ਡਿਵਾਈਡਡ ਬਾਈ 500। ਹੁਣ ਇੱਥੇ ਅਸੀਂ ਮੰਨ ਲਿਆ ਕਿ ਬੱਚੇ ਦੇ ਜਿਹੜੇ ਟੋਟਲ ਸੀਗੇ ਮਾਰਕਸ, ਉਹ 100 ਦਾ ਪੇਪਰ ਸੀ, ਤਾਂ ਟੋਟਲ ਕਿੰਨੇ ਹੋ ਗਏ? 500। ਤਾਂ ਅਸੀਂ ਉਹ ਪਰਸੈਂਟੇਜ ਦਾ ਫਾਰਮੂਲਾ ਲਾ ਕੇ ਉਸ ਤੋਂ ਬਾਅਦ ਪ੍ਰਿੰਟ ਆਫ ਕਰਵਾ ਕੇ ਦਿਖਾ ਰਹੇ ਹਾਂਗੇ ਪਰਸੈਂਟੇਜ ਨੂੰ। ਕਲੀਅਰ ਹੈ? ਇਸ ਪ੍ਰੋਗਰਾਮ ਦੇ ਵਿੱਚ ਵੀ ਇੱਕ ਮਿਸਟੇਕ ਹੈ, ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰੋ ਕਿ ਮਿਸਟੇਕ ਕੀ ਹੈ। ਵੀਡੀਓ ਪੌਜ਼ ਕਰਕੇ ਚੈੱਕ ਕਰ ਸਕਦੇ ਹੋ। ਓਕੇ, ਤਾਂ ਮਿਸਟੇਕ ਕੀ ਹੈ ਬੇਟਾ ਕਿ ਇੱਥੇ ਜੇ ਕਲੀਅਰਲੀ ਦੇਖੋ ਤਾਂ ਮੈਂ ਫਲੋਟ ਦੇ ਵਿੱਚ ਲਿਆ ਹੋਇਆ ਪਰਸੈਂਟੇਜ। ਓਕੇ ਆ, ਜੇ ਪਰਸੈਂਟੇਜ ਫਲੋਟ ਦੇ ਵਿੱਚ ਸੀ ਤਾਂ ਇੱਥੇ ਮੈਂ ਪਰਸੈਂਟੇਜ ਡੀ ਨਾਲ ਪ੍ਰਿੰਟ ਨਹੀਂ ਕਰਵਾ ਸਕਦੀ ਸੀ। ਕੀ ਯੂਜ਼ ਕਰਦੀ? ਪਰਸੈਂਟੇਜ ਐਫ। ਓਕੇ ਆ ਪ੍ਰੋਗਰਾਮ ਬਾਕੀ ਤੁਹਾਡਾ ਸਾਰਾ ਸਹੀ ਹੈ, ਸਿਰਫ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਕੀ ਕਰਨਾ, ਜਦੋਂ ਪ੍ਰੋਗਰਾਮ ਬਣਾ ਕੇ ਦੇਖੋਗੇ ਤਾਂ ਤੁਸੀਂ ਇੱਥੇ ਪਰਸੈਂਟੇਜ ਡੀ ਨਹੀਂ ਲਿਖਣਾ, ਤੁਸੀਂ ਇੱਥੇ ਲਿਖੋਗੇ ਪਰਸੈਂਟੇਜ ਐਫ। ਕਿਉਂ? ਕਿਉਂਕਿ ਜਿਹੜਾ PER ਨਾਮ ਦਾ ਆਪਾਂ ਵੇਰੀਏਬਲ ਆ ਉਹ ਤਾਂ ਖੁਦ ਫਲੋਟ ਹੈ, ਤੇ ਫਲੋਟ ਲਈ ਕੀ ਲਿਖਿਆ ਜਾਂਦਾ? ਪਰਸੈਂਟੇਜ ਐਫ। ਹਾਂਜੀ, ਤਾਂ ਹੁਣ ਤੁਹਾਡਾ ਲਾਸਟ ਪ੍ਰੋਗਰਾਮ ਜਿਹਦੇ ਵਿੱਚ ਕਿ ਸਪੋਜ਼ ਤੁਸੀਂ ਦੋ ਨੰਬਰਸ ਨੂੰ ਐਡ ਵੀ ਕਰਕੇ ਦਿਖਾਉਣਾ ਗਾ, ਮਲਟੀਪਲਾਈ ਵੀ ਕਰਨਾ, ਸਬਟਰੈਕਟ, ਡਿਵਾਈਡ, ਚਾਰੇ ਕੰਮ ਕਰਕੇ ਦਿਖਾ ਰਹੇ ਹੋ। ਤਾਂ ਕਰਨ ਦੇ ਲਈ ਆਪਾਂ ਦੋ ਵੇਰੀਏਬਲ ਲੈ ਲਏ, ਇੰਟ A ਤੇ B। A ਦੀ ਵੈਲਿਊ 10, B ਦੀ ਵੈਲਿਊ 2, ਯਾਨੀ ਕਿ ਉਹਨੇ A ਨਾਮ ਤੇ ਵੈਲਿਊ ਕਿੰਨੀ ਰੱਖ ਲਈ? 10। B ਨਾਮ ਤੇ ਕਿੰਨੀ ਰੱਖਤੀ ਉਹਨੇ? 2। ਫਿਰ ਆਪਾਂ ਕਿ ਚਾਰ ਵੇਰੀਏਬਲ ਹੋਰ ਲੈ ਲਾ, ਤਾਂ ਉਹ ਚਾਰ ਵੇਰੀਏਬਲ ਵੀ ਉਹਨੇ ਲੈ ਲਏ। ਮਲਟੀਪਲਾਈ, ਐਡ, ਸਬ ਡਿਵੀਜ਼ਨ, ਮੋਡੂਲਸ, 5 ਵੇਰੀਏਬਲ ਆਪਾਂ ਹੋਰ ਲੈ ਲਏ। ਠੀਕ ਹੈ, ਉਹਨੇ ਮਲਟੀਪਲਾਈ ਨਾਮ ਤੇ ਖਾਲੀ ਜਗ੍ਹਾ ਰੱਖ ਲਈ, ਇੱਦਾਂ ਹੀ ਐਡ ਤੇ ਸਬਟਰੈਕਟ ਤੇ ਮੋਡ ਤੇ। ਸਾਰੇ ਵੇਰੀਏਬਲ ਲੈਣ ਤੋਂ ਬਾਅਦ ਆਪਾਂ ਨੂੰ ਕਿਹਾ ਕਿ ਜਿਹੜਾ ਤਾਂ ਮਲਟੀਪਲਾਈ ਵੇਰੀਏਬਲ ਹੈ, ਮਤਲਬ ਇੱਕ ਆਪਾਂ ਖਾਲੀ ਰੱਖਿਆ ਸੀ ਨਾ MUL ਨਾਮ ਤੇ, ਤਾਂ MUL ਨਾਮ ਤੇ ਆਪਾਂ ਨੂੰ ਕਿਹਾ A ਤੇ B ਨੂੰ ਮਲਟੀਪਲਾਈ ਕਰਕੇ ਪਵਾ ਦੇ। A ਤੇ B ਨੂੰ ਮਲਟੀਪਲਾਈ ਕੀਤਾ ਤਾਂ ਕਿੰਨਾ ਬਣ ਗਿਆ? 20। ਹੁਣ ਇੱਥੇ 20 ਸਟੋਰ ਕਰ ਲਿਆ। ਫਿਰ ਸਾਡਾ ਇੱਕ ਵੇਰੀਏਬਲ ਹੈ DIV। ਇੱਦਾਂ ਹੀ DIV ਦੇ ਵਿੱਚ ਆਪਾਂ ਨੂੰ ਕਿਹਾ A ਤੇ B ਨੂੰ ਡਿਵਾਈਡ ਕਰਕੇ ਪਵਾ ਦੇ, ਤਾਂ ਉਹਨੇ ਆਂਸਰ ਕੀ ਪਵਾ ਲਿਆ? 5। ਇਸ ਤਰ੍ਹਾਂ ਕਰਕੇ ਉਹਨੇ ਸਾਰੀ ਕੈਲਕੂਲੇਸ਼ਨ ਕੀਤੀ। ਕੈਲਕੂਲੇਸ਼ਨ ਕਰਨ ਤੋਂ ਬਾਅਦ ਆਪਾਂ ਉਹਨਾਂ ਨੂੰ ਪ੍ਰਿੰਟ ਵੀ ਤਾਂ ਕਰਵਾਉਣਾ, ਕਿਉਂਕਿ ਉਹ ਤਾਂ ਕੰਪਿਊਟਰ ਨੇ ਖੁਦ ਕੋਲ ਕਰਕੇ ਰੱਖੀ ਹੈ ਕੈਲਕੂਲੇਸ਼ਨ, ਪ੍ਰਿੰਟ ਨਹੀਂ ਕੀਤੀ। ਤਾਂ ਉਹ ਪ੍ਰਿੰਟ ਕਰਵਾਉਣ ਦੇ ਲਈ ਅਸੀਂ ਉਹਨਾਂ ਸਭ ਨੂੰ ਕਰਾਂਗੇ ਪ੍ਰਿੰਟ ਐਫ, ਸਾਡੇ ਪੁਰਾਣੇ ਮੈਥਡ ਦੇ ਨਾਲ। ਆਈ ਹੋਪ ਕਿ ਤੁਹਾਨੂੰ ਸਭ ਨੂੰ ਇਹ ਜਿਹੜੇ ਟੌਪਿਕਸ ਨੇ ਉਹ ਕਲੀਅਰ ਹੋ ਗਏ ਹੋਣਗੇ। ਤਾਂ ਤੁਸੀਂ ਇਹ ਜਿਹੜੇ ਪ੍ਰੋਗਰਾਮਸ ਨੇ ਸਾਰੇ ਆਪਣੇ ਪ੍ਰੋਗਰਾਮ ਰਨ ਕਰਕੇ ਚੈੱਕ ਕਰ ਸਕਦੇ ਹੋ।